स्वागत है ਤੁਹਾਡੇ ਸਾਰਿਆਂ ਦਾ ਹੈਡਲਾਈਨ ਕੈਨੇਡਾ ਦੀ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ ਟੋਰਾਂਟੋ ਤੋਂ ਮੈਂ ਜਸਤੀਨ ਕੌਰ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ। ਅੱਜ ਅਸੀਂ ਗੱਲ ਕਰਾਂਗੇ ਕੋਰੋਨਾ ਵਾਇਰਸ ਯਾਨੀ ਕਿ ਕੋਵਿਡ-19 ਇਨਫੈਕਸ਼ੀਅਸ ਡਿਜ਼ੀਜ਼ ਦੀ। ਕੋਰੋਨਾ ਵਾਇਰਸ ਇੱਕ ਅਜਿਹਾ ਇਨਫੈਕਸ਼ੀਅਸ ਡਿਜ਼ੀਜ਼ ਹੈ ਜੋ ਇਸ ਵੇਲੇ ਦੁਨੀਆ ਭਰ ਦੇ ਵਿੱਚ ਤੇਜ਼ੀ ਦੇ ਨਾਲ ਫੈਲ ਰਿਹਾ ਹੈ। ਇਸ ਨੂੰ ਸਾਰਸ ਤੋਂ ਵੀ ਖਤਰਨਾਕ ਦੱਸਿਆ ਜਾ ਰਿਹਾ ਹੈ। ਕੋਵਿਡ-19 ਇਸ ਵੇਲੇ 177 ਕੰਟਰੀਜ਼ ਅਤੇ ਟੈਰੀਟਰੀਜ਼ ਨੂੰ ਅਫੈਕਟ ਕਰ ਚੁੱਕਿਆ ਹੈ। ਚਾਈਨਾ ਤੋਂ ਸ਼ੁਰੂ ਹੋਏ ਇਸ ਵਾਇਰਸ ਦੇ ਨਾਲ ਹੁਣ ਤੱਕ 2,40,000 ਪੋਜ਼ਿਟਿਵ ਕਨਫਰਮ ਕੇਸਿਸ ਸਾਹਮਣੇ ਆ ਚੁੱਕੇ ਨੇ। 9,000 ਤੋਂ ਉੱਪਰ ਲੋਕਾਂ ਦੀ ਡੈਥ ਹੋ ਚੁੱਕੀ ਹੈ ਅਤੇ 86,000 ਲੋਕੀ ਰਿਕਵਰ ਹੋ ਚੁੱਕੇ ਹਨ। ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਇਸ ਨੂੰ ਗਲੋਬਲ ਪੈਂਡੈਮਿਕ ਡਿਕਲੇਅਰ ਕੀਤਾ ਜਾ ਚੁੱਕਿਆ ਹੈ ਅਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਇਹ ਵੀ ਕਹਿਣਾ ਹੈ ਕਿ ਇਸ ਦੀ ਸਹੀ ਵੈਕਸੀਨ ਆਉਂਦੇ 1 ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ। ਕੈਨੇਡਾ ਸਰਕਾਰ ਇਸ ਸੰਬੰਧੀ ਕੀ ਖਾਸ ਕਦਮ ਚੁੱਕ ਰਹੀ ਹੈ, ਇਸੇ ਤੇ ਆਧਾਰਿਤ ਰਹੇਗੀ ਸਾਡੀ ਅੱਜ ਦੀ ਇਹ ਖਾਸ ਪੇਸ਼ਕਸ਼। ਕੈਨੇਡਾ ਦੇ ਵਿੱਚ ਇਸ ਵੇਲੇ ਕੋਰੋਨਾ ਵਾਇਰਸ ਦੇ 1,000 ਦੇ ਕਰੀਬ ਕੇਸਿਸ ਸਾਹਮਣੇ ਆਏ ਹਨ। 10 ਮੌਤਾਂ ਵੀ ਰਿਪੋਰਟ ਕੀਤੀਆਂ ਜਾ ਚੁੱਕੀਆਂ ਨੇ। ਕੋਰੋਨਾ ਵਾਇਰਸ ਦੇ ਸਭ ਤੋਂ ਜ਼ਿਆਦਾ ਕੇਸਿਸ ਓਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਿਪੋਰਟ ਕੀਤੇ ਗਏ ਹਨ ਅਤੇ ਸਭ ਤੋਂ ਜ਼ਿਆਦਾ ਡੈਥਸ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਿਪੋਰਟ ਕੀਤੀਆਂ ਗਈਆਂ ਨੇ। ਕੈਨੇਡਾ ਦੇ 4 ਮੇਜਰ ਪ੍ਰੋਵਿੰਸਸ ਵੱਲੋਂ ਸਟੇਟ ਆਫ ਐਮਰਜੈਂਸੀ ਐਲਾਨੀ ਜਾ ਚੁੱਕੀ ਹੈ। ਬੀਤੇ ਦਿਨੀ US ਅਤੇ ਕੈਨੇਡਾ ਵੱਲੋਂ ਵੀ ਆਪਣੇ ਨਾਨ ਐਸੈਂਸ਼ੀਅਲ ਟਰੈਵਲ ਲਈ ਬਾਰਡਰਸ ਬੰਦ ਕਰ ਦਿੱਤੇ ਗਏ ਨੇ। ਕੈਨੇਡਾ ਦੀ ਫੈਡਰਲ ਸਰਕਾਰ ਨੇ $82 ਬਿਲੀਅਨ ਦਾ ਏਡ ਪੈਕੇਜ ਵੀ ਐਲਾਨਿਆ ਹੈ। In these extraordinary times, our government is taking extraordinary measures. The measures we're announcing today will provide up to $27 billion in direct support to Canadian workers and businesses, plus $55 billion to meet liquidity needs of Canadian businesses and households through tax deferrals to help stabilize the economy. Combined, this $82 billion in support represents more than 3% of Canada's GDP. Let's start with people who don't qualify for employment insurance and don't have access to paid sick leave. Our government will introduce the Emergency Care Benefit, which will provide money every 2 weeks to workers who have to stay home. People will receive this benefit for 14 weeks for an amount comparable to what would be paid through EI. This applies to people who fall ill, people who've been placed in quarantine or have to self-isolate. It also applies to those who have to take care of a family member with COVID-19 but, as I said, fail to qualify for EI. If you lose your job and you do not qualify for EI, we will be introducing a COVID-19 emergency support benefit to help you. This will apply also to people who are self-employed and have to close shop because of the virus. While all Canadians are feeling the impacts of COVID-19, some groups are particularly vulnerable. For people who are still paying off their student loans, including young people and those who are starting a family, our government will put in place a 6-month interest-free moratorium on their Canada student loans. For people experiencing homelessness, we are doubling the Reaching Home program, which provides funding to communities to help them address their local needs. For anyone fleeing domestic or gender-based violence, we will boost funding for shelters that provide sanctuary when self-isolating at home is simply not an option. ਫੈਡਰਲ ਸਰਕਾਰ ਵੱਲੋਂ ਐਲਾਨੀ ਗਈ $82 ਬਿਲੀਅਨ ਦੀ ਇਹ ਫੰਡਿੰਗ ਕਿਸ ਤਰ੍ਹਾਂ ਕੈਨੇਡੀਅਨਸ ਤੱਕ ਪਹੁੰਚੇਗੀ, ਇਸ ਸੰਬੰਧੀ ਵੈਂਕੂਵਰ ਤੋਂ ਸਾਡੇ ਸਹਿਯੋਗੀ ਅਮਰਜੀਤ ਸਰਾਹ ਨੇ ਸਰੀ ਸੈਂਟਰ ਤੋਂ ਮੈਂਬਰ ਪਾਰਲੀਮੈਂਟ ਰਣਦੀਪ ਸਰਾਏ ਦੇ ਨਾਲ ਖਾਸ ਗੱਲਬਾਤ ਕੀਤੀ। ਆਪਾਂ ਗੱਲਬਾਤ ਕਰਦੇ ਹਾਂ ਸਾਡੇ ਸਰੀ ਸੈਂਟਰ ਤੋਂ ਮੈਂਬਰ ਆਫ ਪਾਰਲੀਮੈਂਟ ਰਣਦੀਪ ਸਿੰਘ ਸਰਾਏ ਉਹਨਾਂ ਦੇ ਨਾਲ। ਸਰਾਏ ਸਾਹਿਬ, ਕਾਫੀ ਦੁੱਖ ਦਾ ਟਾਈਮ ਆ, ਮਾੜੀ ਘੜੀ ਚੱਲ ਰਹੀ ਹੈ, ਪੂਰੇ ਵਰਲਡ ਵਾਈਡ ਹੀ ਸਾਰਾ ਵਰਲਡ ਹੀ ਇਹਦੇ ਤੋਂ ਇਫੈਕਟਿਵ ਹੈਗਾ, ਪਰ ਜਸਟਨ ਟਰੂਡੋ ਉਹਨਾਂ ਨੇ ਜਿਹੜੀ ਅੱਜ $82 ਬਿਲੀਅਨ ਦੀ ਰਾਹਤ ਪੈਕੇਜ ਦੀ ਗੱਲ ਕੀਤੀ ਆ, ਉਹ ਕਿੱਦਾਂ ਵੰਡਿਆ ਜਾਏਗਾ ਤੇ ਲੋਕਾਂ ਤੱਕ ਕਿਵੇਂ ਪਹੁੰਚੇਗਾ? ਸ਼ੋਰ, ਉਹ 2 ਹਿੱਸਿਆਂ ਦੇ ਵਿੱਚ ਵੰਡੀ ਗਈ ਹੈ। 27 ਬਿਲੀਅਨ ਹੈਗਾ ਐਕਚੁਅਲ ਏਡ ਲੋਕਾਂ ਵਾਸਤੇ, ਸਮਾਲ ਬਿਜ਼ਨਸ ਵਾਸਤੇ, ਆਮ ਵਿਅਕਤੀ ਵਾਸਤੇ, ਔਰ 55 ਬਿਲੀਅਨ ਹੈਗਾ ਟੈਕਸ ਡਿਫਰਮੈਂਟ, ਅਗੇਨ ਸਾਰਿਆਂ ਵਾਸਤੇ। ਟੈਕਸ ਫਾਈਲਿੰਗ ਜੂਨ 1 ਤੱਕ ਕਰ ਦਿੱਤੀ ਗਈ ਤੇ ਜੇ ਤੁਸੀਂ ਟੈਕਸ ਉਹ ਕਰਦੇ ਤੁਹਾਡੇ ਕੋਲ ਅਗਸਤ 30-31 ਤੱਕ ਤੁਹਾਡੇ ਕੋਲ ਹੈਗਾ ਪੇ ਕਰਨ ਵਾਸਤੇ। ਸੋ ਉਹ ਡਿਫਰ ਕੀਤਾ ਗਿਆ ਤਾਂ ਕਿ ਕਿਸੇ ਨੂੰ ਸਟ੍ਰੈਸ ਕਰਨ ਦੀ ਲੋੜ ਨਹੀਂ ਕਿ ਇਸ ਵੇਲੇ ਮੈਂ ਆਪਣੇ ਟੈਕਸ ਕਰਨੇ ਆ। ਨੰਬਰ 2 ਜਿਹੜਾ ਹੈਗਾ
ਜਿਹੜਾ ਬੱਚਿਆਂ ਤੋਂ ਲੈ ਕੇ ਕੈਨੇਡਾ ਚਾਈਲਡ ਬੈਨੀਫਿਟ ਜਿਨ੍ਹਾਂ ਨੂੰ ਆਲਰੇਡੀ ਬੱਚਿਆਂ ਦਾ ਮਿਲਦਾ ਉਹਨਾਂ ਨੂੰ ਬੂਸਟ ਮਿਲੂਗਾ। ਉਹ $2 ਬਿਲੀਅਨ ਉਹਦੇ ਵਾਸਤੇ ਜਾ ਰਿਹਾ। ਸੋ ਹਰ ਇੱਕ ਬੱਚੇ ਨੂੰ ਬੂਸਟ ਮਿਲੂਗਾ ਅਪ੍ਰੈਲ ਵਾਲੀਆਂ ਚੈੱਕਾਂ ਦੇ ਵਿੱਚ। ਨੰਬਰ 3 ਹੈਗਾ ਕਿ ਅਨਐਮਪਲੋਇਮੈਂਟ ਇੰਸ਼ੋਰੈਂਸ ਜਿਨ੍ਹਾਂ ਨੂੰ ਰਾਈਟ ਵੇ ਲੋੜ ਆ ਇਮੀਡੀਏਟਲੀ ਉਹਨਾਂ ਵਾਸਤੇ ਬੂਸਟ ਆ। ਔਰ ਸੈਲਫ ਇੰਪਲੋਇਡ ਵਾਸਤੇ ਵੀ ਹੈਗਾ। ਸੋ ਅਪ ਟੂ $25,000 ਜਿਹੜਾ ਉਹ ਸੈਲਫ ਇੰਪਲੋਇਡ ਵਾਲੇ ਨੂੰ ਵੀ ਮਿਲ ਸਕਦਾ। ਸੋ ਉਹ ਵੀ ਅਪਲਾਈ ਕਰ ਸਕਦੇ। ਉਹਦੀ ਜਾਣਕਾਰੀ ਡੇ ਟੂ ਡੇ ਆਨਲਾਈਨ ਆ ਜਾਣੀ ਆ, ਮੇਰੇ ਫੇਸਬੁੱਕ ਪੇਜ ਤੇ ਆ ਜਾਣ ਜਾਂ ਸਰਕਾਰੀ ਵੈਬਸਾਈਟ ਤੋਂ ਦੇਖ ਲੈਣ। ਦੇਖੋ ਸਭ ਤੋਂ ਜ਼ਿਆਦਾ ਮੁਸ਼ਕਿਲ ਸਰਾਏ ਸਾਹਿਬ ਉਹ ਇਸ ਵੇਲੇ ਲੋਕਾਂ ਨੂੰ ਸਤਾ ਰਹੀ ਹੈਗੀ ਉਹ ਹੈਗੀ ਆ ਕਿ ਘਰਾਂ ਦੀ ਮੌਰਗੇਜਿਸ। ਤੁਸੀਂ ਕਿਹਾ ਕਿ ਬੈਂਕ ਕੋ ਜਾ ਕੇ ਜਾਣ ਕੀ ਉਹ ਇੱਕ ਅੱਧੀ ਪੇਮੈਂਟ ਹੀ ਡੈਫਰਡ ਕਰਨਗੇ ਜਾਂ ਕਿੱਥੋਂ ਤੱਕ ਹੋਏਗੀ? ਕੋਈ ਲਿਮਿਟ ਵੀ ਰੱਖੀ ਹੋਈ ਆ ਕਿ 2 ਪੇਮੈਂਟਾਂ 3 ਪੇਮੈਂਟਾਂ ਜਾਂ 6 ਮਹੀਨੇ ਤੱਕ? ਇਹ ਦੇਖੋ ਤੁਹਾਡੀ ਈਚ ਦੀ ਸਿਚੁਏਸ਼ਨ ਦੇ ਮੁਤਾਬਕ ਹੋਣਾ। ਜਿਹੜੇ ਕਿਸੇ ਦਾ ਕੰਮ ਜੇ 1 ਮਹੀਨੇ ਦਾ ਟੁੱਟਾ ਤਾਂ 1 ਮਹੀਨੇ ਦਾ ਹੋਊਗਾ। ਜੇ ਉਹਦੇ 3 ਜਾਂ 4 ਮਹੀਨੇ ਕੰਮ ਟੁੱਟ ਗਿਆ ਉਹਦਾ 3-4 ਮਹੀਨੇ ਜਾਂ ਜਿੰਨਾ ਚਿਰ ਇਹ ਵਾਇਰਸ ਦਾ ਇਫੈਕਟ ਹੋਊਗਾ ਉਸ ਤਰ੍ਹਾਂ ਹੋਊਗਾ। ਸੋ ਇਹ ਫਲੂਇਡ ਚੀਜ਼ ਹੈ ਕਿਉਂਕਿ ਪਹਿਲੀ ਵਾਰੀ ਆਪਣੀ ਜਨਰੇਸ਼ਨ ਦੇ ਵਿੱਚ ਈਵਨ 2 ਜਨਰੇਸ਼ਨਾਂ ਦੇ ਵਿੱਚ ਵੀ ਇਹ ਕਦੇ ਹੋਇਆ ਨਹੀਂ ਹੈਗਾ। ਸੋ ਇਸ ਕਰਕੇ ਇਹਦੇ ਵਾਸਤੇ ਸਾਰੇ ਡੇ ਬਾਈ ਡੇ ਮੋਨੀਟਰ ਕਰਦੇ ਆ। ਔਰ ਗੋਲ ਹੈਗਾ ਕਿ ਇਹਦਾ ਜਿਹੜਾ ਸਟਿਮੂਲਸ ਹੈਗਾ ਇਹਦੇ ਨਾਲ ਇਕੋਨਮੀ ਮੁੜ ਕੇ ਫੇਰ ਬੂਮ ਹੋ ਕੇ ਚੱਲ ਪੂਗੀ। ਤੇ ਇਨ ਦ ਮੀਨ ਟਾਈਮ ਜਿਹੜੇ ਲੋਕ ਸਫਰ ਕਰ ਰਹੇ ਉਹਨਾਂ ਦੀ ਥੋੜ੍ਹੀ ਜਿਹੀ ਦਰਦ ਨੂੰ ਠੱਪ ਹੋਊਗੀ, ਥੋੜ੍ਹੀ ਘੱਟ ਪੇਨ ਮਹਿਸੂਸ ਹੋਊਗੀ। ਸੋ ਇਹ ਕਿੱਦਾਂ ਫਿਗਰ ਆਊਟ ਹੋਏਗਾ? ਲੈਟਸ ਸੇ ਕਿਸੇ ਦੀ ਮੌਰਗੇਜ 5 ਸਾਲ ਹੀ ਲੌਕ ਸੀਗੀ, ਜੇ ਉਹ 2 ਮਹੀਨੇ ਨਹੀਂ ਦਿੰਦਾ ਤਾਂ ਕੀ ਉਹ 5 ਸਾਲ 2 ਮਹੀਨੇ ਹੋ ਜਾਏਗੀ ਜਾਂ ਉਹਨੂੰ ਇੱਕਦਮ ਫਿਰ ਦੁਬਾਰਾ ਸਾਰੀ ਉਹਨੂੰ ਕਵਰ ਕਰਨਾ ਪਏਗਾ? ਇਹ ਦੇਖੋ ਬੈਂਕ ਬਾਈ ਬੈਂਕ ਹੋਊਗਾ। ਸਮ ਬੈਂਕਾਂ ਨੇ ਸ਼ਾਇਦ ਤੁਹਾਡਾ ਪ੍ਰਿੰਸੀਪਲ ਡਿਫਰ ਕਰ ਦੇਣਗੇ ਕਿ ਤੁਸੀਂ ਇੰਟਰਸਟ ਓਨਲੀ ਪੇ ਕਰ ਦਿਓ। ਕੋਈ ਕਹਿ ਵੀ ਤੁਸੀਂ 3 ਪੇਮੈਂਟਾਂ ਅਸੀਂ ਬਾਅਦ ਚ ਟੈਕ ਔਨ ਕਰ ਦਿੰਦੇ, ਵਿਆਜ ਉਹ ਐਡ ਔਨ ਕਰ ਦਿੰਦੇ। ਇਹ ਬੈਂਕ ਬਾਈ ਬੈਂਕ ਕਰੂਗੇ ਔਰ ਤੁਹਾਡੀ ਮੁਸ਼ਕਿਲ ਹਿਸਾਬ ਨਾਲ ਹੋਊਗਾ। ਸੋ ਫੋਰ ਐਗਜ਼ਾਮਪਲ ਕਈ ਲੋਕਾਂ ਦੀ ਅਨਐਮਪਲੋਇਮੈਂਟ ਇੰਸ਼ੋਰੈਂਸ ਨਾਲ ਉਹਦੀ ਇਨਕਮ ਅੱਧ ਹੋ ਜੂਗੀ, ਇਨਕਮ ਹੋਊਗੀ ਪਰ ਘੱਟ ਜੂਗੀ। ਉਹ ਦੱਸ ਸਕਦੇ ਵੀ ਇੰਨਾ ਮੇਰੇ ਕੋਲ ਦੇਣ ਦੀ ਹਿੰਮਤ ਹੈਗੀ ਹੈ, ਇੰਨੀ ਨਹੀਂ। ਉਹ 19 ਪੇਮੈਂਟ ਦੇ ਦੇਣਗੇ ਤਾਂ ਬਾਕੀ ਡਿਫਰ ਹੋ ਜੂਗੀ। ਇਸ ਤਰ੍ਹਾਂ ਦੇ ਮੈਜਰਸ ਹੈਗੇ ਆ। $27 ਬਿਲੀਅਨ ਜਿਹੜੇ ਕਿ ਪਬਲਿਕ ਦੇ ਲਈ ਰੱਖੇ ਹੋਏ ਨੇ। ਸਰ ਸਾਹਿਬ ਬੜੀ ਵੱਡੀ ਅਮਾਊਂਟ ਹੈਗੀ $27 ਬਿਲੀਅਨ। ਉਹ ਕੀ ਕੋਈ ਅੰਦਾਜ਼ਾ ਕੱਢਿਆ ਉਹਨਾਂ ਨੇ ਕਿ ਫਿਗਰ ਆਊਟ ਕੀਤਾ ਕਿ ਪਰ ਫੈਮਿਲੀ ਨੂੰ ਕਿੰਨੀ ਕੁ ਅਮਾਊਂਟ ਹੋ ਜਾਏਗੀ? ਦੇਖੋ 36 ਮਿਲੀਅਨ ਪੀਪਲਸ ਹੈਗੇ ਆ। ਜੇ ਤੁਸੀਂ ਇਹ ਕਰੋ ਤਕਰੀਬਨ ਉਹਨਾਂ ਤੁਸੀਂ ਡਿਵਾਈਡ ਕਰਕੇ ਦੇਖ ਲਓ। ਪਰ ਰੀਅਲੀ ਹੈਗਾ ਕਿ ਜਿਹੜੇ ਲੋੜਵੰਦ ਆ ਉਹਨਾਂ ਨੂੰ ਵੱਧ ਮਿਲੂਗਾ, ਜਿਨ੍ਹਾਂ ਨੂੰ ਨਹੀਂ ਲੋੜ ਆ ਉਹਨਾਂ ਦਾ ਕੰਮ ਠੀਕ ਆ ਉਹਨਾਂ ਨੂੰ ਨਹੀਂ ਮਿਲੂਗਾ। ਸੋ ਇਹ ਕਿ ਗਵਰਨਮੈਂਟ ਦਾ ਉੱਥੇ ਹੁੰਦਾ ਸਹਾਰਾ ਜਿੱਥੇ ਲੋੜਵੰਦ ਨੂੰ ਹੈਲਪ ਕਰਨੀ ਹੈ, ਜਿਨ੍ਹਾਂ ਨੂੰ ਇਨ ਟਾਈਮ ਆਫ ਨੀਡ ਚਾਹੀਦੀ ਆ। ਅਸੀਂ ਬਿਗ ਕਾਰਪੋਰੇਸ਼ਨਾਂ ਨੂੰ ਵੀ ਅਰਜ ਕਰਦੇ ਕਿ ਉਹ ਵੀ ਇਸੇ ਤਰ੍ਹਾਂ ਆਪਣੇ ਵਰਕਰਾਂ ਨੂੰ ਸਪੋਰਟ ਕਰਨ। ਜੇ ਨਹੀਂ ਵੀ ਕੰਮ ਹੈਗਾ ਤਾਂ ਅਫੋਰਡ ਕਰ ਸਕਦੇ ਉਹਨਾਂ ਨੂੰ ਸਪੋਰਟ ਕਰਕੇ ਫਾਈਨੈਂਸ਼ੀਅਲੀ ਉਹਨਾਂ ਨੂੰ ਲੇ ਆਫ ਨਾ ਕਰੋ, ਹੈ ਨਾ। ਸੋ ਇਹ ਸਾਰਿਆਂ ਦਾ ਰਲ ਮਿਲ ਕੇ ਇਹ ਹਿੰਮਤ ਹੈਗੀ ਹੈ। ਦੂਸਰੀ ਇਹ ਜਦੋਂ ਤੁਸੀਂ ਸਟਿਮੂਲਸ ਇੱਦਾਂ ਦਾ ਦਿੰਦੇ ਆ ਇਹ ਇਕੋਨਮੀ ਦੇ ਵਿੱਚ ਬੈਕ ਮਨੀ ਆਉਂਦੀ ਹੈ ਕਿਉਂਕਿ ਸਾਰੇ ਲੋੜਵੰਦ ਆ। ਇਹ ਨਹੀਂ ਕੋਈ ਬੈਂਕ ਡਿਪੋਜ਼ਿਟ ਨਹੀਂ ਜਮ੍ਹਾਂ ਕਰਨੇ। ਇਹ ਨਹੀਂ ਸਾਰਿਆਂ ਲੋਕਾਂ ਨੇ ਕਿਸੇ ਨੇ ਗਰੋਸਰੀ ਲੈਣੀ ਹੈ, ਨਾ ਕਿਸੇ ਨੇ ਆਪਣੇ ਮੋਰਗੇਜ ਪੇਮੈਂਟ ਕਰਨੀ ਹੈ, ਕਿਸੇ ਨੇ ਬਾਅਦ ਦੇ ਵਿੱਚ ਜਿਹੜੇ ਸਪਲਾਈਜ਼ ਉਹਨਾਂ ਨੂੰ ਲੋੜ ਆ ਉਹ ਲੈਣੀ ਆ। ਸੋ ਮੁੜ ਕੇ ਇਕੋਨਮੀ ਦੇ ਵਿੱਚ ਆ ਜਾਣਾ। ਸੋ ਦਾ ਅਗੇਨ ਹੋਪਫੁਲੀ ਬੂਸਟ ਅਗੇਨ ਇਕੋਨਮੀ ਨੂੰ ਹੋਊਗਾ। ਪਰ ਰਾਈਟ ਨਾਓ ਸਾਡਾ ਗੋਲ ਹੈਗਾ ਕਿ ਜਿਨ੍ਹਾਂ ਦੀ ਲਾਈਫ ਦੇ ਵਿੱਚ ਮੁਸ਼ਕਿਲ ਆ ਉਹਨਾਂ ਨੂੰ ਪਰੇਸ਼ਾਨੀ ਨਾ ਹੋਵੇ, ਨਰਵਸਨੈਸ ਨਾ ਹੋਵੇ, ਰਿਲੈਕਸ ਰਹਿਣ। ਗਵਰਨਮੈਂਟ ਤੁਹਾਡੇ ਲਈ ਹੈਗੀ ਹੈ ਇਸ ਵੇਲੇ ਹਾਜ਼ਰ। ਦੂਜਾ ਦੱਸੋ ਕਿ ਕਈ ਸੀਨੀਅਰਸ ਹੈਗੇ ਜਿਹੜੇ ਆਲਰੇਡੀ ਪੈਨਸ਼ਨ ਲੈ ਰਹੇ ਨੇ ਜਾਂ ਕਈ ਵੈਲਫੇਅਰ ਵੀ ਲੈ ਰਹੇ ਨੇ, ਉਹ ਤਾਂ ਹੈ ਤਾਂ ਕੈਨੇਡੀਅਨ ਸਿਟੀਜ਼ਨ ਹਨ, ਕਿ ਉਹਨਾਂ ਦੇ ਲਈ ਵੀ ਆ ਕਿ ਨਹੀਂ ਸੀਨੀਅਰਸ ਨੂੰ ਇੱਕ ਪੱਕੀ ਅਮਾਊਂਟ ਆ ਰਹੀ ਸੀਗੀ, ਉਹਨਾਂ ਨੂੰ ਲੋੜ ਨਹੀਂ ਹੈਗੀ? ਦੇਖੋ ਜਿਨ੍ਹਾਂ ਦੀ ਕੋਈ ਇਨਕਮ ਚੇਂਜ ਨਹੀਂ ਹੋ ਰਹੀ ਉਹਨਾਂ ਦੇ ਕੋਈ ਚੇਂਜ ਨਹੀਂ ਹੋਣਾ। ਸੋ ਜੇ ਉਹਨਾਂ ਦੇ ਪੈਨਸ਼ਨ ਆ ਉਹਨਾਂ ਦਾ ਆਲਰੇਡੀ ਫਿਕਸਡ ਅਮਾਊਂਟ ਹੈਗਾ ਉਹਨਾਂ ਦੇ ਕੋਈ ਚੇਂਜ ਨਹੀਂ। ਜਿਹੜੇ ਜਿਹਨਾਂ ਨੂੰ ਕੈਨੇਡਾ ਚਾਈਲਡ ਬੈਨੀਫਿਟ ਮਿਲਦਾ ਉਹਨਾਂ ਨੂੰ ਬੂਸਟ ਮਿਲੂਗਾ ਕਿਉਂਕਿ ਬੱਚੇ ਸਕੂਲੇ ਨਹੀਂ ਜਾ ਰਹੇ, ਉਹਨਾਂ ਨੂੰ ਘਰ ਰਹਿਣਾ ਪੈਣਾ। ਸੋ ਉਹਨਾਂ ਦਾ ਖਰਚ ਜਿਹੜਾ ਖਾਸ ਕਰਕੇ ਫਿਗਰ ਆਊਟ ਕਰਨਾ ਹੋਵੇ ਕੀ ਉਹ ਨਹੀਂ ਕਰਨਾ ਉਹਨਾਂ ਘੰਟਿਆਂ ਦੇ ਵਿੱਚ, ਉਹ ਟਾਈਮ ਤੇ ਕਾਸਟ ਐਕਸਟਰਾ ਹੈਗੀ ਆ, ਇਸ ਕਰਕੇ ਉਹਨਾਂ ਨੂੰ ਸਹਾਇਤਾ ਹੋਣੀ। ਪਰ ਬਾਕੀਆਂ ਦੇ ਆਲਰੇਡੀ ਜਿਹੜੇ ਫਿਕਸ ਇਨਕਮ ਤੇ ਆਲਰੇਡੀ ਫਿਕਸ ਇਨਕਮ ਦੇ ਨਾਲ ਰਹਿ ਰਹੇ ਆ ਉਹਨਾਂ ਦਾ ਗੁਜ਼ਾਰਾ ਉਹਦੇ ਨਾਲ ਹੁੰਦਾ, ਉਹਨਾਂ ਲਈ ਕੋਈ ਐਕਸਟਰਾ ਬੂਸਟ ਨਹੀਂ ਹੈਗਾ। ਜਿਹੜੇ ਸਟੂਡੈਂਟਸ ਹੈਗੇ ਨੇ ਉਹਨਾਂ ਦੇ ਲੋਨ ਹੈਗੇ ਆ ਜਾਂ ਵਿਜ਼ਟਰ ਆਏ ਹੋਏ ਆ ਜਾਂ ਕੋਈ ਵਰਕ ਪਰਮਿਟ ਦੇ ਨੇ, ਉਹਨਾਂ ਦੇ ਲਈ ਵੀ ਕੋਈ ਹੈਲਪ ਹੈਗੀ? ਜਿਹੜੇ ਕੈਨੇਡੀਅਨ ਸਟੂਡੈਂਟ ਆ ਸਟੂਡੈਂਟ ਲੋਨਾਂ ਤੇ ਉਹਨਾਂ ਦੇ 6 ਮਹੀਨਿਆਂ ਲਈ ਉਹਨਾਂ ਦੇ ਕੋਈ ਇੰਟਰਸਟ ਫਰੀ ਪੇਮੈਂਟਸ ਹੋ ਗਈਆਂ। ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆ ਉਹਨਾਂ ਦੇ ਪਰਮਿਟਸ ਵਗੈਰਾ ਸਾਰੇ ਉਸੇ ਤਰ੍ਹਾਂ ਰਹਿਣਗੇ। ਜਿਨ੍ਹਾਂ ਦੀਆਂ ਕਲਾਸਾਂ ਮਿਸ ਹੋਈਆਂ ਜਾਂ ਇਸ ਵੇਲੇ ਕੈਂਸਲ ਹੋਈਆਂ ਉਹ ਰਾਈਟ ਕਰਨ ਔਰ ਅਸੀਂ ਕਲੈਰਿਟੀ ਮੰਗੀ ਆ ਉੱਤੇ, ਉਹ ਡਿਫਰ ਕਰ ਸਕਦੇ ਤਾਂ ਹੋਪਫੁਲੀ ਉਹਨਾਂ ਦੇ ਵੀਜ਼ੇ ਐਕਸਟੈਂਸ਼ਨ ਕੀਤੇ ਜਾਣਗੇ। ਇਨ ਦ ਮੀਨ ਟਾਈਮ ਸਟੇਟਸ ਕੋ ਸੇਮ ਹੈਗਾ। ਹਜੇ ਉੱਦਾਂ ਜਿਹੜੇ ਵਾਪਸ ਗਏ ਆ ਜਾਂ ਜਿਨ੍ਹਾਂ ਦੇ ਵੀਜ਼ੇ ਲੱਗੇ ਆ ਉਹ ਨਹੀਂ ਆ ਸਕਦੇ, ਉਹਨਾਂ ਲਈ ਕੋਈ ਅਰੇਂਜਮੈਂਟ ਨਹੀਂ ਹੈਗਾ ਅਜੇ। ਪਰ ਜਿਹੜੇ ਇੱਥੇ ਹੈਗੇ ਆ ਉਹਨਾਂ ਨੂੰ ਅਸੀਂ ਬੈਸਟ ਤੋਂ ਬੈਸਟ ਅਰੇਂਜ ਕਰਾਂਗੇ ਤਾਂ ਕਿ ਉਹਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ ਉਨੇ ਟਾਈਮ ਦੇ ਵਿੱਚ। ਤਾਂ ਭਾਈਚਾਰੇ ਨੂੰ ਵੀ ਅਸੀਂ ਕਹਿ ਰਹੇ ਕਿ ਤੁਸੀਂ ਵੀ ਜਿੱਥੇ ਵੱਧ ਤੋਂ ਵੱਧ ਸਪੋਰਟ ਕਰ ਸਕਦੇ ਉਹ ਕਰਨੀ ਚਾਹੀਦੀ ਆ। ਕੋਰੋਨਾ ਵਾਇਰਸ ਦੇ ਕੇਸਿਸ ਦੇ ਵਿੱਚ ਲਗਾਤਾਰ ਵਾਧਾ ਹੁੰਦਿਆਂ ਵੇਖ ਲੋਕਾਂ ਦੇ ਵਿੱਚ ਪੈਨਿਕ ਬਾਇੰਗ ਵੀ ਵੇਖੀ ਗਈ, ਜਿਸ ਕਰਕੇ ਗਰੋਸਰੀ ਸਟੋਰਸ ਵੱਲੋਂ ਖਾਣ ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਧਾਈਆਂ ਗਈਆਂ।
ਫਰੂਟੀਕਾਨਾ ਦੇ ਫਾਊਂਡਰ ਅਤੇ MD ਟੋਨੀ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੇ 25 ਸਟੋਰ ਹਨ ਅਤੇ ਜੇਕਰ ਲੋਕਾਂ ਨੂੰ ਲੱਗਦਾ ਹੈ ਕਿ ਕਿਸੇ ਵੀ ਇੱਕ ਸਟੋਰ ਤੇ ਕੀਮਤ ਕਿਸੇ ਵੀ ਪ੍ਰੋਡਕਟ ਦੀ ਵਧਾਈ ਗਈ ਹੈ ਤੇ ਉਹ ਉਹਨਾਂ ਦੇ ਕੋਲ ਡੈਫੀਨਿਟਲੀ ਆ ਕੇ ਕੰਪਲੇਨ ਕਰ ਸਕਦੇ ਨੇ। ਟੋਨੀ ਸਿੰਘ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਤੋਂ ਹੀ ਕਮਿਊਨਿਟੀ ਦੇ ਨਾਲ ਖੜੇ ਨੇ ਤੇ ਉਹ ਇਸ ਵੇਲੇ ਵੀ ਕਮਿਊਨਿਟੀ ਦਾ ਪੂਰਾ ਸਾਥ ਦੇ ਰਹੇ ਨੇ। ਕੋਵਿਡ-19 ਨੇ ਪੂਰੇ ਸੰਸਾਰ ਭਰ ਵਿੱਚ ਖੌਫ ਪੈਦਾ ਕੀਤਾ ਹੋਇਆ ਹੈ ਅਤੇ ਇਸ ਖੌਫ ਦੇ ਵਿੱਚ ਕੈਨੇਡਾ ਵੀ ਮੌਜੂਦ ਹੈ। ਪਰ ਗੱਲ ਕਰਾਂਗੇ ਅੱਜ ਕਿ ਇਸ ਖੌਫ ਦੇ ਵਿੱਚ ਜੋ ਆਪਣੇ ਪੰਜਾਬੀ ਲੋਕ ਕਹਿ ਲਓ ਜਾਂ ਆਲ ਓਵਰ ਕਿਸੇ ਵੀ ਕਮਿਊਨਿਟੀ ਦੇ ਹੋਣ, ਉਹਨਾਂ ਵੱਲੋਂ ਜੋ ਗਰੋਸਰੀ ਸਟਾਕ ਕੀਤੀ ਜਾ ਰਹੀ ਹੈ ਆਪਣੇ ਘਰਾਂ ਦੇ ਵਿੱਚ, ਉਹ ਕਾਫੀ ਨਿੰਦਣਯੋਗ ਗੱਲ ਹੈ। ਕਿਉਂਕਿ ਇਸ ਵੇਲੇ ਕਈ ਗਰੋਸਰੀ ਸਟੋਰ, ਮੈਂ ਖਾਸ ਕਰਕੇ ਗੱਲ ਕਰਾਂਗਾ ਈਸਟ ਵਿੱਚ ਜੋ ਸਾਨੂੰ ਦੇਖਣ 'ਚ ਮਿਲਿਆ, ਟੋਰਾਂਟੋ ਏਰੀਏ ਵਿੱਚ, ਬਰੈਂਪਟਨ ਵਿੱਚ ਅਤੇ ਖਾਸ ਕਰਕੇ ਐਡਮਿੰਟਨ ਦੇ ਵਿੱਚ ਵੀ, ਕਿ ਗਰੋਸਰੀ ਸਟੋਰ ਨੇ ਪ੍ਰਾਈਸ ਕਰੀ ਉਹ ਡਬਲ ਹੀ ਨਹੀਂ 4 ਗੁਣਾ ਵਧਾ ਕੇ ਜੋ ਆਟਾ ਚੌਲ ਚਾਹੇ ਉਹ ਦੁੱਧ ਹੋਵੇ ਉਹਨੂੰ ਵੇਚਿਆ। ਪਰ ਜੋ BC ਦੀ ਗੱਲ ਕਰੀਏ ਤਾਂ ਫਰੂਟੀਕਾਨਾ ਸਟੋਰ ਸਾਡਾ ਇੱਕ ਐਸਾ ਸਟੋਰ ਹੈ ਸਾਡੀ ਕਮਿਊਨਿਟੀ ਦਾ ਜਿੱਥੇ ਲੋਕ ਵੱਡੀ ਗਿਣਤੀ ਗਰੋਸਰੀ ਲੈਣ ਜਾਂਦੇ ਹਨ ਅਤੇ ਇਹਨਾਂ ਦੇ ਮੈਨੇਜਿੰਗ ਡਾਇਰੈਕਟਰ ਅਤੇ ਫਾਊਂਡਰ ਟੋਨੀ ਸਿੰਘ ਹੁਣੀ ਹਮੇਸ਼ਾ ਹੀ ਕਮਿਊਨਿਟੀ ਦੇ ਨਾਲ ਖੜੇ ਰਹਿੰਦੇ ਹਨ। ਉਹਨਾਂ ਵੱਲੋਂ ਅੱਜ ਇੱਕ ਅਪੀਲ ਕੀਤੀ ਜਾ ਰਹੀ ਹੈ ਕਿ ਅਗਰ ਉਹਨਾਂ ਦੇ ਸਟੋਰ ਦੇ ਵਿੱਚ ਕੋਈ ਵੀ ਆਉਂਦਾ ਹੈ ਤਾਂ ਪ੍ਰਾਈਸ ਜਿਹੜੀ ਆ ਅੱਜ ਤੋਂ ਜਿਹੜੀ 2 ਸਾਲ ਤੋਂ ਚੱਲਦੀ ਆ ਰਹੀ ਹੈ, 1 ਸਾਲ ਤੋਂ ਚੱਲਦੀ ਆ ਰਹੀ ਹੈ, ਉਹੋ ਹੀ ਪ੍ਰਾਈਸ ਤੁਹਾਨੂੰ ਦੇਖਣ ਨੂੰ ਮਿਲੇਗੀ। ਕੋਈ ਵੀ ਪ੍ਰਾਈਸ ਦੇ ਵਿੱਚ ਫਰਕ ਨਹੀਂ ਆਇਆ। ਆਪਾਂ ਗੱਲਬਾਤ ਕਰਦੇ ਹਾਂ ਟੋਨੀ ਸਿੰਘ ਉਹਨਾਂ ਦੇ ਨਾਲ। ਟੋਨੀ ਭਾਜੀ, ਤੁਹਾਡਾ ਸਵਾਗਤ ਹੈ। ਤੁਸੀਂ ਅਨਾਉਂਸ ਕੀਤਾ ਕਿ ਮੇਰੇ ਸਟੋਰ ਦੇ ਵਿੱਚ ਜਿਹੜੇ ਕਿ ਇਸ ਵੇਲੇ ਕੋਈ ਤਕਰੀਬਨ 25 ਸਟੋਰ ਤੁਹਾਡੇ ਆਲ ਓਵਰ BC ਜਾਂ ਅਲਬਰਟਾ ਦੇ ਵਿੱਚ ਸੇਵਾ ਦੇ ਰਹੇ ਨੇ, ਕਿ ਉੱਥੇ ਕੋਈ ਵੀ ਪ੍ਰਾਈਸ ਚੇਂਜ ਨਹੀਂ ਹੋਈ, ਚਾਹੇ 2 ਮਹੀਨੇ 'ਚ ਵੀ ਉਹੀ ਪ੍ਰਾਈਸ ਸੀ ਤਾਂ ਅੱਜ ਵੀ ਉਹੀ ਆ। ਹਾਂਜੀ, ਪ੍ਰਾਈਸਾਂ ਅਸੀਂ ਕੋਈ ਨਹੀਂ ਅਪ ਕੀਤੀਆਂ, ਪ੍ਰਾਈਸਾਂ ਉਹੀ ਚੱਲ ਰਹੀਆਂ ਜਿਹੜਾ ਇਹ ਪੈਨਿਕ ਤੋਂ ਪਹਿਲਾਂ ਸੀਗੀਆਂ ਤੇ ਇਹੀ ਪ੍ਰਾਈਸਾਂ ਰਹਿਣਗੀਆਂ ਬਾਅਦ ਵਿੱਚ ਵੀ, ਕਿਉਂਕਿ ਪਿੱਛੋਂ ਪ੍ਰਾਈਸ ਇਨਕਰੀਜ਼ ਨਹੀਂ ਹੋਈ ਤੇ ਅਸੀਂ ਵੀ ਨਹੀਂ ਕੀਤੀ ਤੇ ਨਾ ਹੀ ਅਸੀਂ ਕਰਾਂਗੇ ਜੋ ਤੱਕ ਪਿੱਛੋਂ ਸਪਲਾਇਰ ਨਹੀਂ ਕਰਦਾ। ਜੇ ਸਪਲਾਇਰ ਥੋੜੀ ਵਾਲੀ ਹੋਊਗੀ ਪਰ ਇਹ ਨਹੀਂ ਹੋਊਗੀ ਡਬਲ ਜਾਂ ਟ੍ਰਿਪਲ, ਤੁਸੀਂ ਜਿੱਦਾਂ ਕਿਹਾ ਜੇ 10% ਪਿੱਛੋਂ ਮਹਿੰਗੀ ਹੋਊਗੀ, ਨਾਰਮਲ ਜਿਹੜੀ ਹੁੰਦੀ ਉਹੀ ਕਰਾਂਗੇ। ਪਰ ਸੋ ਫਾਰ ਕੋਈ ਪ੍ਰਾਈਸ ਪਿੱਛੋਂ ਨਾ ਵਧੀ ਆ ਤੇ ਨਾ ਹੀ ਅਸੀਂ ਵਧਾਵਾਂਗੇ। ਕਿਉਂਕਿ ਬਾਰਡਰ ਦੇ ਉੱਪਰ ਵੀ ਤੁਹਾਡਾ ਸਮਾਨ ਆਉਂਦਾ ਵਾ, ਕੋਈ ਵੀ ਰੋਕ ਨਹੀਂ ਹੋਈ, ਚਾਹੇ US ਬਾਰਡਰ ਹੋਵੇ, ਤਾਂ ਇਸੇ ਇਹੋ ਹੀ ਕਾਰਨ ਹੈ ਕਿ ਜਦੋਂ ਪਿੱਛੋਂ ਹੀ ਨਹੀਂ ਮਿਲਿਆ ਤਾਂ ਤੁਸੀਂ ਕਿਉਂ ਵਧਾਓਗੇ। ਪਰ ਕਿਉਂ ਕਈ ਗਰੋਸਰੀ ਸਟੋਰ ਐਸੇ ਹੈਗੇ ਨੇ ਕੈਨੇਡਾ ਵਾਈਡ ਜਿਨ੍ਹਾਂ ਨੇ 4-4 ਗੁਣਾ 5-5 ਗੁਣਾ ਇਹ ਪ੍ਰਾਈਸਾਂ ਵਧਾਈਆਂ। ਹੁਣ ਉਹਨਾਂ ਬਾਰੇ ਮੈਂ ਨਹੀਂ ਕੁਝ ਕਹਿ ਸਕਦਾ ਕਿ ਕਈ ਓਪਰਚੁਨਿਟੀਜ਼ ਹੁੰਦੇ ਆ ਕਿ ਇਸ ਟਾਈਮ 'ਤੇ ਕਮਿਊਨਿਟੀ ਦੇ ਨਾਲ ਖੜੇ ਹੋਣਾ ਚਾਹੀਦਾ। ਤੇ ਜਿੱਦਾਂ ਮੈਨੂੰ ਕਮਿਊਨਿਟੀ ਨੇ ਲਾਸਟ 25 ਸਾਲ 'ਚ ਸਾਨੂੰ ਸਪੋਰਟ ਦਿੱਤੀ ਆ, ਮੈਂ ਅੱਜ ਕਮਿਊਨਿਟੀ ਨਾਲ ਖੜਾ ਹਾਂ, ਕੋਈ ਪ੍ਰਾਈਸ ਨਹੀਂ ਉੱਪਰ ਕਰੂੰਗਾ ਤਾਂ ਨਾ ਹੀ ਕੀਤੀ ਆ। ਹੁਣ ਦੂਸਰੀ ਸਟੋਰ ਨੂੰ ਨਹੀਂ ਕਹਿ ਸਕਦਾ ਕਿ ਉਹ ਓਪਰਚੁਨਿਸਟ ਹੈ, ਉਹਨਾਂ ਨੇ ਦੇਖਿਆ ਕਿ ਹੁਣ ਲੁੱਟ ਮਾਰ ਲਓ ਇੱਥੇ ਜਿੱਦਾਂ ਵੀ ਪੈਸੇ ਬਣਾ ਲਓ। ਪਰ ਅਸੀਂ ਫਰੂਟੀਕਾਨਾ ਤੇ ਅਸੀਂ ਸੇਵਾ ਕਰਨ ਨੂੰ ਤੁਹਾਡੇ ਨਾਲ ਖੜੇ ਹਾਂ, ਪ੍ਰਾਈਸਾਂ ਉਹੀ ਦੇਵਾਂਗੇ, ਸਮਾਨ ਵੀ ਸਾਡੇ ਕੋਲ ਬਹੁਤ ਆ। ਹਾਂ, ਸ਼ੋਰਟ ਟਰਮ ਜਿਹੜੀ ਸਾਨੂੰ ਤਕਲੀਫ ਆਈ ਆ ਲਾਸਟ 2 ਦਿਨ 'ਚ, ਜਿਹੜਾ ਮਹੀਨੇ ਸਮਾਨ ਵਿਕਦਾ ਸੀ ਉਹ 2 ਦਿਨ 'ਚ ਵਿਕ ਗਿਆ, ਉਹ ਪਿੱਛੋਂ ਸਪਲਾਈ ਆਉਣ ਨੂੰ 2-4 ਦਿਨ ਲੱਗ ਗਏ ਆ। ਪਰ ਹੁਣ ਫੇਰ ਅਸੀਂ ਸਟੋਰ ਉਸ ਤਰ੍ਹਾਂ ਹੀ ਭਰ ਦਿੱਤੇ ਆ। ਜਾਂ ਤੁਸੀਂ ਪਿੱਛੇ ਦੇਖਦੇ ਆ ਕਿ ਆਟਾ ਵੀ, ਔਨੀਅਨ ਵੀ, ਪਿੱਛੇ ਬਹੁਤ ਵੇਰਸ ਭਰਿਆ ਸਮਾਨ ਆ, ਪਿੱਛੋਂ ਸਮਾਨ ਆਈ ਜਾਂਦਾ, ਅਸੀਂ ਸਟੋਰ ਭਰੀ ਜਾਂਦੇ ਆ। ਅਸੀਂ ਐਕਸਟਰਾ ਡਰਾਈਵਰ ਵੀ ਰੱਖ ਲਏ ਆ, ਐਕਸਟਰਾ ਟਰੱਕ ਵੀ ਹਾਇਰ ਕਰ ਲਿਆ ਕਿ ਜਿਹੜੀ ਇੱਕ ਡਿਲੀਵਰੀ ਸਟੋਰ 'ਚ ਜਾਂਦੀ ਸੀਗੀ ਦਿਹਾੜੀ ਦੀ, ਹੁਣ 4 ਡਿਲੀਵਰੀਆਂ ਜਾ ਰਹੀਆਂ ਸਟੋਰਾਂ। ਅਸੀਂ ਨਾਲੋਂ ਨਾਲ ਸਟੋਰ ਭਰੀ ਜਾਂਦੇ ਆ। ਜੇ ਤੁਸੀਂ ਜਾਣਦੇ ਆ ਤੁਹਾਨੂੰ ਚੀਜ਼ ਨਹੀਂ ਅੱਜ ਲੱਭ ਰਹੀ, ਕੱਲ੍ਹ ਨੂੰ ਜ਼ਰੂਰ ਤੁਹਾਨੂੰ ਮਿਲ ਜਾਣਗੀ ਕਿ ਅਸੀਂ ਮੁੜ ਕੇ ਫੇਰ ਉਸ ਸਟੋਰ 'ਚ ਪਹੁੰਚਾ ਦਾਂਗੇ। ਟੋਨੀ ਸਿੰਘ ਉਹਨਾਂ ਨੇ ਈਵਨ ਡਰਾਈਵਰ ਵੀ ਵਧਾਏ, ਪਰ ਫਿਰ ਵੀ ਉਹਨਾਂ ਨੇ $1 ਵੀ ਕੀਮਤਾਂ ਕਿਸੇ ਵੀ ਚੀਜ਼ ਦੀ ਵਧਾਈ ਨਹੀਂ ਹੈਗੀ। ਟੋਨੀ ਭਾਜੀ, ਜਦੋਂ ਗੱਲ ਕਰੀ ਮੈਂ ਦੇਖ ਰਿਹਾ ਵਾਂ ਅੱਜ ਇਸੇ ਕਰਕੇ ਅਸੀਂ ਤੁਹਾਨੂੰ ਵੇਅਰ ਹਾਊਸ ਦੇ ਵਿੱਚ ਲੈ ਕੇ ਆਏ ਹਾਂ ਕਿ ਤੁਸੀਂ ਮਗਰ ਦੇਖ ਸਕੋ ਕਿ ਚਾਹੇ ਆਟਾ ਵਾ, ਚਾਹੇ ਰਾਈਸ ਨੇ, ਚਾਹੇ ਦੁੱਧ ਅਨਫ ਪਿਆ ਹੋਇਆ ਵਾ। ਟੋਨੀ ਭਾਜੀ ਉਹਨਾਂ ਕੋਲ ਸਟਾਕ ਦੇ ਵਿੱਚ ਇਹਨਾਂ ਰੱਖਿਆ ਹੋਇਆ। ਦੁੱਧ ਦੀ ਕਾਫੀ ਸ਼ਾਰਟੇਜ ਪਿੱਛੇ ਜੇ ਹੋਰ ਗਰੋਸਰੀ ਸਟੋਰਾਂ 'ਚ ਵੀ, ਚਾਹੇ ਵਾਲਮਾਰਟ ਸੀਗਾ, ਦੇਖਣ ਨੂੰ ਮਿਲੀ। ਤੁਹਾਡੇ ਕੋਲ ਕਿਵੇਂ ਹੈਗਾ ਵਾ? ਖਾਸ ਕਰਕੇ 3 ਚੀਜ਼ਾਂ ਦੀ ਜ਼ਿਆਦਾ ਹੁੰਦੀ ਹੈ, ਆਟਾ, ਦੁੱਧ ਅਤੇ ਚੌਲ। ਇਹ 2-3 ਆਈਟਮਾਂ ਜਿਹੜੀਆਂ ਲੋਕੀ ਹੋੜ ਕਰ ਰਹੇ ਆ। ਹਾਂ, ਦੁੱਧ ਦੀ ਪਿੱਛੋਂ ਸੇਮ ਪ੍ਰੋਬਲਮ ਆਈ ਸੀ ਕਿ ਜਿਹੜਾ ਹਫ਼ਤੇ ਵਿੱਚ ਦੁੱਧ ਵਿਕਦਾ ਸੀ 1 ਦਿਨ 'ਚ ਹੀ ਵਿਕ ਗਿਆ ਤੇ ਪਿੱਛੋਂ ਤਾਂ ਉਨਾ ਕੀ ਆਉਣਾ ਹੀ ਆ, ਉਹ 2-3 ਦਿਨ ਲੱਗਦੇ ਆ ਮੁੜ ਕੇ ਆਉਣ ਵਾਸਤੇ। ਸਮਾਨ ਉਨਾ ਹੀ ਚੱਕੋ ਜਿੰਨਾ ਤੁਹਾਨੂੰ 1 ਹਫ਼ਤੇ ਲਈ ਚਾਹੀਦਾ। ਜੇ ਤੁਹਾਨੂੰ 2 ਦੁੱਧ ਦੀਆਂ ਕੈਨੀਆਂ ਚਾਹੀਦੀਆਂ, 2 ਹੀ ਚੱਕੋ। ਜੇ 8 ਚੱਕ ਲਓਗੇ ਉਹ ਆਪੇ ਹੀ 2 ਦਿਨ ਲਈ ਤੁਹਾਨੂੰ ਸਪਲਾਈ ਬੰਦ ਹੋ ਜਾਊਗੀ। ਸੋ ਸਾਰਿਆਂ ਨੇ ਸ਼ੇਅਰ ਕਰੋ, ਰਲ ਮਿਲ ਕੇ ਚੀਜ਼ ਬਾਏ ਕਰੋ। ਮੈਂ ਨਹੀਂ ਚਾਹੁੰਦਾ ਕਿ ਮੇਰੀ 5 ਵਾਰੀ ਸੇਲ ਜ਼ਿਆਦਾ ਹੋ ਜਾਵੇ, ਹੁਣ ਮੈਨੂੰ ਵੀ ਨੁਕਸਾਨ ਆ, ਤੁਹਾਨੂੰ ਵੀ ਨੁਕਸਾਨ ਆ। ਆਈਟਮ ਜੇ 2 ਚਾਹੀਦੀਆਂ 2 ਹੀ ਚੱਕੋ, 10 ਨਾ ਚੱਕੋ ਤੇ ਸ਼ੋਰਟ ਟਰਮ ਸਪਲਾਈ ਦਾ ਇਹ ਘਾਟਾ ਨਾ ਹੋਵੇ। ਪਰ 2 ਦਿਨ 'ਚ ਸਾਰਾ ਸਮਾਨ ਫੇਰ ਪੂਰਾ ਹੋ ਗਿਆ ਆ। ਤੁਸੀਂ ਦੇਖ ਲਿਆ ਆਟਾ ਆ ਗਿਆ, ਹੁਣ ਮੈਂ ਸਾਰਾ ਸਟੋਰਾਂ ਜਾ ਰਿਹਾ, ਟਰੱਕ ਭਰ ਜਾ ਰਹੇ ਆ, ਅਸੀਂ ਫੇਰ ਟਰੱਕ ਭਰ ਦੇਣਾ। ਇਸ ਤਰ੍ਹਾਂ ਦੁੱਧ ਵੀ ਡੇਅਰੀ ਤੋਂ ਆ ਰਿਹਾ ਆ, ਉਹ ਅਸੀਂ ਭਰੀ ਜਾਂਦੇ ਸਟੋਰਾਂ 'ਚ। ਤੁਹਾਨੂੰ ਸਾਰਾ ਸਮਾਨ ਮਿਲੂਗਾ, ਵੀਕਐਂਡ ਤੱਕ ਸਾਰਾ ਸਮਾਨ ਤੁਹਾਡਾ ਪੂਰਾ ਹੋ ਜਾਊਗਾ। ਐਕਚੁਅਲੀ ਡੇਲੀ ਹੋ ਰਿਹਾ
ਪਰ ਓਨਾ ਚੱਕੋ ਜਿੰਨਾ ਤੁਹਾਨੂੰ ਚਾਹੀਦਾ ਆ ਉਹ ਤੋਂ ਵਾਧੂ ਨਾ ਚੱਕੋ। ਟੋਨੀ ਭਾਜੀ ਤੁਸੀਂ ਬਹੁਤ ਨਿਗਰਾਨੀ ਰੱਖਦੇ ਹੋ ਪਰ ਫਿਰ ਵੀ ਕਿਉਂਕਿ ਬਹੁਤ ਵੱਡੀ ਚੇਨ ਹੈਗੀ ਤੁਹਾਡੀ ਐਬਲ ਸਪੋਰਟ ਤੋਂ ਲੈ ਕੇ ਹੋਰ ਕਈ ਦੂਰ ਤੱਕ ਤੁਹਾਡੇ ਸਟੋਰ ਨੇ, ਕਿਤੇ ਵੀ ਕੋਈ ਨਜ਼ਰ ਆਉਂਦਾ ਵਾ ਕਿ ਪ੍ਰਾਈਸਿਸ ਦੇ ਵਿੱਚ ਕੋਈ ਡਬਲ ਫਰੂਟੀ ਕਹਿਣਾ ਚ ਵੇਚ ਰਿਹਾ, ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਲਿਸਨਰਸ? ਮੈਂ ਆਪਣੇ ਸਟੋਰਾਂ ਨੂੰ ਵੈਰੀ ਸਟ੍ਰਿਕਟ ਇੰਸਟਰਕਸ਼ਨ ਦਿੱਤੇ ਆ। ਆਪ ਸਾਰੇ ਮੈਨੇਜਰ ਨੇ ਫੋਨ ਕਰਕੇ ਦੱਸਿਆ, ਰੋਜ਼ ਮੈਂ ਕਰਦਾ ਪੁੱਛਦਾ ਵੀ ਆ ਕਿ ਕਿੰਨੀ ਨੂੰ ਚੀਜ਼ ਲਾਈ ਆ, ਪਰਸਨਲੀ ਮੋਨੀਟਰ ਕਰ ਰਿਹਾ। ਪਰ ਜੇ ਤੁਹਾਨੂੰ ਲੱਗਦਾ ਕਿਸੇ ਸਟੋਰ ਨੇ ਤੁਹਾਨੂੰ ਐਕਸਟਰਾ ਚਾਰਜ ਕੀਤਾ ਆ, ਤੁਸੀਂ ਰਾਈਟ ਵੇਜ਼ ਮੈਨੂੰ ਫੋਨ ਕਰੋ 6045020005 ਤੇ ਜਾਂ ਮੇਰੇ ਈਮੇਲ ਤੇ ਸਾਨੂੰ ਈਮੇਲ ਪਾਓ info@foodikhana.com ਤੇ। ਹੈਡਲਾਈਨ ਕੈਨੇਡਾ ਵਿੱਚ ਫਿਲਹਾਲ ਸਮਾਂ ਹੋ ਗਿਆ ਹੈ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਸਾਡੀ ਇਹ ਖਾਸ ਪੇਸ਼ਕਸ਼ ਜਾਰੀ ਰਹੇਗੀ। ਬਣੇ ਰਹੋ ਸਾਡੇ ਨਾਲ, ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਹੈਡਲਾਈਨ ਕੈਨੇਡਾ ਵਿੱਚ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਓਨਟਾਰੀਓ ਦੇ ਵਿੱਚ ਕੋਰੋਨਾ ਵਾਇਰਸ ਦੇ ਸਭ ਤੋਂ ਜ਼ਿਆਦਾ ਕੇਸਿਸ ਹਨ। ਓਨਟਾਰੀਓ ਦੇ ਵਿੱਚ 2 ਡੈਥਸ ਵੀ ਰਿਪੋਰਟ ਹੋ ਚੁੱਕੀਆਂ ਨੇ ਅਤੇ ਲਗਾਤਾਰ ਜਿਹੜੇ ਕੋਰੋਨਾ ਵਾਇਰਸ ਦੇ ਕੇਸਿਸ ਨੇ ਉਹ ਵੱਧਦੇ ਜਾ ਰਹੇ ਨੇ। ਇਸੇ ਸੰਬੰਧੀ ਓਨਟਾਰੀਓ ਦੀ ਡਿਪਟੀ ਪ੍ਰੀਮੀਅਰ ਅਤੇ ਹੈਲਥ ਮਿਨਿਸਟਰ ਕ੍ਰਿਸਟੀਨ ਏਲੀਅਟ ਨੇ ਸਾਡੇ ਨਾਲ ਕੀਤੀ ਖਾਸ ਗੱਲਬਾਤ ਅਤੇ ਦੱਸਿਆ ਕਿ ਓਨਟਾਰੀਓ ਕਿੰਨਾ ਕੁ ਤਿਆਰ ਹੈ ਇਸ ਸਿਚੁਏਸ਼ਨ ਨੂੰ ਹੈਂਡਲ ਕਰਨ ਲਈ। आओ सुनते हाँ कि क्या उन्होंने। Joining with us, the Deputy Premier and the Health Minister of Ontario, Christine Elliott. Hello, Minister. Very warm welcome to our show. Thank you. Looking at the situation, this outbreak is going to be very hard on our healthcare system. Intensive care unit, beds and ventilators are a big challenge for us. Are we ready to handle the influx of patients in a disaster situation? Yes, we are. We have a robust system that was built up after the SARS situation 17 years ago, with protocols to ramp up should we develop a pandemic such as we're seeing with COVID-19. We are doing that. We are making sure that our hospitals will all have their intensive care beds ready. We're building further capacity in the system in terms of beds, and we're also acquiring more equipment. So we have quite a number of ventilators already in the system. We had an extra several hundred in existence prior to quite recently, and then we've also just received an additional 300 ventilators. So we have well over 500 more than already exist in our hospitals, and we are very fortunate that some auto parts manufacturers in Ontario have stepped forward to say that they can retool some of their equipment so that they can produce more ventilators. So we're more than happy to take them up on that offer, and we're very grateful for their assistance. The impact on the long-term care home is a big concern because that's where the outbreak is catastrophic, I think. Yes, we really need to protect our very vulnerable populations, and our seniors in long-term care homes are especially vulnerable because many of them have other health concerns. So we have restricted visitors to the long-term care homes unless it's an absolute essential, that if you have a relative who is in very poor health, may be passing away, then of course family will want to see that person. But other than that, we want to keep them safe and as healthy as possible. The Ontario has created telehealth services, but due to the surge in calls, the line went down yesterday. Do you think the cities are well equipped to handle the calls? Yes, telehealth was down for several hours. That was because we added thousands of extra lines to it, and so it needed some assistance, and we worked with the provider to get it up and running. So it was back in operation last night. But of course we have other places that people can call if they have health concerns. They can take a look at our website, ontario.ca/coronavirus, where they can do a self-assessment. If you still have concerns after that, you can call telehealth, but you can also call your family doctor if you have one. They have been given new codes under OHIP so that they can conduct phone assessments with you so that you don't actually have to physically go in to see your doctor. And of course you can also call your public health unit. All of the telephone numbers are on our website as well for assistance.
We know Ontario is under state of emergency right now, but still there are some services which are operating. For example, construction sites, transit services. Transit drivers are on a high risk. Similarly, car dealership, they are still open. Yes. They meet clients every hour. So how they will maintain the social distancing? Well, we are working with a number of providers, including grocery store chains, because of course there's many people need food. So we're working with them, and we're also working with our economic ministers in cabinet to determine which sites need to continue to stay open, which perhaps can be closed, because we want to make sure that we can keep everybody in Ontario safe and healthy. Ontario has the highest number of coronavirus cases, and the numbers are increasing constantly. We know that the government officials are strictly stressing on maintaining the social distancing, but are we really flattening the curve by doing this? Yes, it has a huge impact on flattening the curve if people don't gather in public places in groups of more than 50. In fact, we would prefer that they don't gather in groups at all unless it's absolutely necessary. It means that the possibilities of transmitting COVID-19 are lessened considerably. That's what we really want to see. Ontario has the largest airport. Talking about Pearson International Airport, I spoke to two people who just landed in Canada yesterday. So they told us that there is no tight screening going on. So is government going to do something about it? Well, that is a matter that's subject to the federal government's jurisdiction, and certainly we have expressed to them our concern about airports, and we are hoping that they will take whatever measures are necessary to make sure that if there are any people that are coming into Canada that have active symptoms of COVID-19, that they be taken for further questioning to understand exactly what it is that is affecting them. Last question to you is, one of the major concern right now people have is who should go for testing? We're asking people really at this point that if you have active symptoms of COVID-19, please be in touch with either your family doctor or your local public health unit, and they will give you further assistance about whether you should go for testing or not. It really depends on the severity of the symptoms and the actual symptoms themselves. So we are asking people to please be in touch with the medical authorities, and they will give you further guidance from there. Any advice you want to give to the Canadians? Please just continue to self-isolate, to not get into large groups as much as possible. This is so important for not just yourselves, but for everybody in Ontario. And the success of our health system in dealing with this is going to be largely dependent on the actions of everyone in Ontario. So please work with us and work with your fellow Ontarians. ਬੇਸ਼ੱਕ ਸਰਕਾਰ ਦੇ ਸਾਰੇ ਲੈਵਲਸ ਵੱਲੋਂ ਆਪਣੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਵਿਡ-19 ਦੇ ਸਪਰੈਡ ਨੂੰ ਘਟਾਉਣ ਦੀ ਅਤੇ ਇਸ ਨੂੰ ਖਤਮ ਕਰਨ ਦੀ, ਪਰ ਲੋੜ ਹੈਗੀ ਹੈ ਕਿ ਕਮਿਊਨਿਟੀ ਵੀ ਇਕੱਠੇ ਹੋ ਕੇ ਅੱਗੇ ਆਏ, ਲੋਕੀ ਸੋਸ਼ਲ ਡਿਸਟੈਂਸਿੰਗ ਨੂੰ ਮੇਨਟੇਨ ਰੱਖਣ ਤਾਂ ਜੋ ਕੋਵਿਡ-19 ਦੇ ਸਪਰੈਡ ਨੂੰ ਘਟਾਇਆ ਜਾ ਸਕੇ। ਉਮੀਦ ਕਰਦੇ ਹਾਂ ਤੁਸੀਂ ਸਾਰੇ ਸੋਸ਼ਲ ਡਿਸਟੈਂਸ ਨੂੰ ਮੇਨਟੇਨ ਰੱਖੋਗੇ ਅਤੇ ਆਪਣਾ ਧਿਆਨ ਰੱਖੋਗੇ। ਸੋ ਐਸੀ ਸਾਡੀ ਅੱਜ ਦੀ ਖਾਸ ਪੇਸ਼ਕਸ਼ ਕੋਵਿਡ-19 ਸੰਬੰਧੀ। ਮਿਲਾਂਗੇ ਅਗਲੇ ਹਫਤੇ ਇੱਕ ਹੋਰ ਨਵੀਂ ਪੇਸ਼ਕਸ਼ ਦੇ ਨਾਲ। ਉਦੋਂ ਤੱਕ ਦਿਓ ਇਜਾਜ਼ਤ ਐਂਡ ਸਟੇ ਸੇਫ।